ਵਾਹਿਗੁਰੂ ਸਾਹਿਬ ਜੀ। ਬਲਿਹਾਰੀ ਗੁਰ ਆਪਣੇ ਦਿਉਹਾੜੀ ਸਦਵਾਰ। ਜਿਨ ਮਾਨਸ ਤੇ ਦੇਵਤੇ ਕੀਏ ਕਰਤ ਨਾ ਲਾਗੀ ਵਾਰ। ਜੇ ਸੋ ਚੰਦਾ ਉਗਵੈ ਸੂਰਜ ਚੜ੍ਹੈ ਹਜ਼ਾਰ। ਇਤੇ ਚਾਨਣ ਹੁੰਦਿਆਂ ਗੁਰ ਬਿਨ ਘੋਰ ਅੰਧਾਰ। ਗਿਆਨ ਅੰਜਨ ਗੁਰ ਦੀਆ ਅਗਿਆਨ ਅੰਧੇਰ ਬਿਨਾਸ਼। ਹਰ ਕਿਰਪਾ ਤੇ ਸੰਤ ਭੇਟਿਆ ਨਾਨਕ ਮਨ ਪਰਗਾਸ। ਮੂਕ ਉਚਰੈ ਸ਼ਾਸਤਰ ਖਟ ਪਿੰਗ ਗਿਰਨ ਚੜ ਜਾਇ। ਅੰਧ ਲਖੈ ਬਦਰੋ ਸੁਨੈ ਜੋ ਕਾਲ ਕਿਰਪਾ ਕਰਾਏ। ਬੇਸੁਮਾਰ ਅਥਾਹ ਅਗਨਤ ਤੁਲੈ ਜੋ ਬੁਲਾਵਹੁ ਤਿਉ ਨਾਨਕ ਦਾਸ ਬੋਲੇ। ਪਰਮ ਸਤਿਕਾਰਯੋਗ ਸਤਿਗੁਰਾਂ ਦੀ ਸਾਜੀ ਨਵਾਜੀ ਗੁਰੂ ਪਿਆਰੇ ਗੁਰੂ ਸਵਾਰੀ ਸਾਧ ਸੰਗਤ ਜੀਓ। ਚਵਰ ਛਤਰ ਤਖਤ ਦੇ ਮਾਲਕ ਪ੍ਰਤੱਖ ਸਤਿਗੁਰੂ ਹਾਜ਼ਰਾ ਹਜ਼ੂਰ ਜ਼ਾਹਰਾ ਜ਼ਹੂਰ ਸਰਬ ਕਲਾ ਭਰਪੂਰ। ਬਾਣੀ ਕੇ ਬੋਹਿਥ ਲੋਕ ਪਰਲੋਕ ਦੇ ਰਾਖੇ ਖੰਡਾਂ ਬ੍ਰਹਮੰਡਾਂ ਦੇ ਮਾਲਕ ਜੁਗੋ ਜੁਗ ਅਟਲ ਸਤਿਗੁਰੂ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਆਪ ਜੀ ਅੰਮ੍ਰਿਤ ਵੇਲੇ ਤੋਂ ਲੈ ਕੇ ਹੁਣ ਤੱਕ ਗੁਰੂ ਕੀ ਬਾਣੀ ਦਾ, ਗੁਰੂ ਕੀ ਕਥਾ ਵਿਚਾਰ ਦਾ, ਗੁਰੂ ਕੀ ਬਾਣੀ ਦੇ ਹਰ ਜਸ ਕੀਰਤਨ ਦਾ ਆਪ ਜੀ ਲਾਹਾ ਪ੍ਰਾਪਤ ਕਰ ਰਹੇ ਸੋ ਆਓ ਸਤਿਗੁਰਾਂ ਦੇ ਇਸ ਪਾਵਨ ਸਥਾਨ ਗੁਰਦੁਆਰਾ ਸ਼ਹੀਦ ਬਾਬਾ ਨਿਹਾਲ ਸਿੰਘ ਜੀ ਸੰਤ ਬਾਬਾ ਹਰਨਾਮ ਸਿੰਘ ਜੀ ਨਗਰ ਤੱਲਣ ਜਲੰਧਰ ਦੁਆਬੇ ਦੀ ਧਰਤੀ ਦੇ ਉੱਤੇ ਆਪ ਜੀ ਦੂਰ ਦਰਾਡਿਓਂ ਬੜੀ ਸ਼ਰਧਾ ਭਾਵਨਾ ਉਤਸ਼ਾਹ ਦੇ ਸਹਿਤ ਪਹੁੰਚਦੇ ਹੋ। ਨਗਰ ਦੀਆਂ ਸੰਗਤਾਂ, ਇਲਾਕੇ ਦੀਆਂ ਸੰਗਤਾਂ ਜਿੱਥੇ ਵਿਸ਼ੇਸ਼ ਤੌਰ 'ਤੇ ਸੇਵਾ ਦੇ ਵਿੱਚ ਹਾਜ਼ਰ ਹੁੰਦੀਆਂ। ਕਈ ਨੌਜਵਾਨ ਮੈਂ ਵੇਖਦਾ ਹਾਂ ਕਿ ਹਰ ਐਤਵਾਰ ਉਹਨਾਂ ਨੇ ਸੇਵਾ ਦੇ ਵਿੱਚ ਵਿਸ਼ੇਸ਼ ਤੌਰ 'ਤੇ ਹਾਜ਼ਰ ਹੋਣਾ ਹੁੰਦਾ ਹੈ ਅਤੇ ਉਹਨਾਂ ਵਿੱਚੋਂ ਕੋਈ ਗੁਰੂ ਕੇ ਲੰਗਰ ਸਜਾਉਣ ਦੀ ਸੇਵਾ ਸੰਭਾਲਦਾ ਹੈ, ਕੋਈ ਵਰਤਾਉਣ ਦੀ ਸੇਵਾ ਸੰਭਾਲਦਾ ਹੈ, ਕੋਈ ਕਾਰ ਪਾਰਕਿੰਗ ਦੀ ਸੇਵਾ, ਸਕੂਟਰ ਮੋਟਰਸਾਈਕਲ ਵਾਹਨਾਂ ਨੂੰ ਨਿਯਮਿਤ ਰੂਪ ਦੇ ਵਿੱਚ ਖੜ੍ਹੇ ਕਰਨ ਦੇ ਲਈ ਤਾਂ ਕਿ ਸੰਗਤਾਂ ਨੂੰ ਕੋਈ ਅਸੁਵਿਧਾ ਨਾ ਹੋਵੇ। ਵੱਖ-ਵੱਖ ਸੇਵਾਦਾਰ ਆਪੋ ਆਪਣੀਆਂ ਡਿਊਟੀਆਂ ਨੂੰ ਨਿਭਾਉਂਦੇ ਹਨ। ਉੱਥੇ ਬੇਅੰਤ ਗੁਰੂ ਕੀਆਂ ਸੰਗਤਾਂ ਅਰਦਾਸਾਂ ਬੇਨਤੀਆਂ ਲੈ ਕੇ ਗੁਰੂ ਚਰਨਾਂ ਵਿੱਚ ਪਹੁੰਚਦੀਆਂ ਹੈ। ਗੁਰੂ ਚਰਨਾਂ ਵਿੱਚ ਆ ਕੇ ਦੁੱਧ ਪੁੱਤ ਦੀਆਂ ਦਾਤਾਂ, ਜ਼ਮੀਨਾਂ ਜਾਇਦਾਦਾਂ, ਨੌਕਰੀਆਂ ਚਾਕਰੀਆਂ, ਬੱਚਿਆਂ ਦੇ ਦੇਸ਼ ਵਿਦੇਸ਼ ਵਿੱਚ ਸੈਟਲ ਹੋਣ ਦੀਆਂ ਅਰਦਾਸਾਂ ਬੇਨਤੀਆਂ ਗੁਰੂ ਚਰਨਾਂ ਦੇ ਵਿੱਚ ਗੁਰੂ ਕੀਆਂ ਸੰਗਤਾਂ ਵੱਲੋਂ ਕੀਤੀਆਂ ਜਾਂਦੀਆਂ ਹਨ ਅਤੇ ਗਰੀਬ ਨਵਾਜ਼ ਸੱਚੇ ਪਾਤਸ਼ਾਹ ਕਿਰਪਾ ਕਰਦੇ ਨੇ। ਸਭ ਦੀਆਂ ਭਾਵਨਾਵਾਂ ਗੁਰਮਤਿ ਅਨੁਸਾਰ ਸੰਪੂਰਨ ਕਰਕੇ ਕਿਰਤਾਰਥ ਕਰਦੇ ਆ, ਨਿਹਾਲ ਕਰਦੇ ਹਨ। ਸੋ ਆਓ ਜਿਤਨਾ ਕੁ ਸਮਾਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਆਪਾਂ ਨੂੰ ਹੋਰ ਬਖਸ਼ਿਸ਼ ਕਰਦੇ ਆ, ਕਿਉਂਕਿ 9 ਵਜੇ ਸ਼੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪ੍ਰਾਰੰਭ ਹੋ ਜਾਣੇ ਹੁੰਦੇ ਹੈ। ਸੋ ਆਪਾਂ ਉਨੀ ਦੇਰ ਤੱਕ ਗੁਰਮਤਿ ਵਿਚਾਰਾਂ ਜਾਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਜਿਵੇਂ ਕੋਈ ਵਿਚਾਰ ਬਖਸ਼ਿਸ਼ ਕਰਨਗੇ, ਗੁਰ ਇਤਿਹਾਸ ਦੀ ਵਿਚਾਰ, ਗੁਰਬਾਣੀ ਦੀ ਵਿਚਾਰ, ਆਪਾਂ ਜੁੜ ਕੇ ਲਾਹਾ ਪ੍ਰਾਪਤ ਕਰੀਏ ਜੀ। ਜਿੱਥੋਂ ਤੱਕ ਵੀ ਆਵਾਜ਼ ਜਾਂਦੀ ਹੈ ਡਿਊਟੀਆਂ ਤੋਂ ਬਿਨਾਂ ਜਿਹੜੇ ਸੇਵਾਦਾਰ ਨੇ, ਸੋ ਉਹਨਾਂ ਨੂੰ ਬੇਨਤੀ ਹੈ ਕਿ ਐਤਵਾਰ ਦੇ ਇਸ ਹਫ਼ਤਾਵਾਰੀ ਜੋੜ ਮੇਲੇ ਵਿੱਚ ਇੱਧਰ ਉੱਧਰ ਘੁੰਮਣ ਦੀ ਬਜਾਏ, ਸੈਲਫੀਆਂ ਲੈਣ ਦੀ ਬਜਾਏ ਆ ਕੇ ਗੁਰੂ ਚਰਨਾਂ ਵਿੱਚ ਜੁੜ ਕੇ ਗੁਰੂ ਕੀ ਹੋ ਰਹੀ ਗੁਰਮਤਿ ਵਿਚਾਰ ਦਾ, ਗੁਰਬਾਣੀ ਵਿਚਾਰ ਦਾ ਲਾਹਾ ਪ੍ਰਾਪਤ ਕਰੀਏ। ਸਰਵ ਵਿਚਾਰਾਂ ਦੀ ਸਾਂਝ ਤੋਂ ਪਹਿਲਾਂ ਬੜੇ ਪਿਆਰ ਦੇ ਨਾਲ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ
ਬਖਸ਼ਿਸ਼ ਕੀਤੀ ਹੋਈ ਗੁਰ ਫਤਿਹ ਜੋ ਚੜ੍ਹਦੀ ਕਲਾ ਦਾ ਪ੍ਰਤੀਕ ਹੈ ਔਰ ਸਿੱਖ ਸਿਸ਼ਟਾਚਾਰ ਦਾ ਇੱਕ ਅਹਿਮ ਅੰਗ ਹੈ। ਬੜੇ ਪਿਆਰ ਦੇ ਨਾਲ ਗੁਰੂ ਕੀ ਫਤਿਹ ਦੀ ਸਾਂਝ ਦੋਵੇਂ ਹੱਥ ਜੋੜ ਕੇ ਕਰੀਏ। ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬਲਿਹਾਰੀ ਗੁਰ ਆਪਣੇ ਦਿਉਹਾੜੀ ਸਦਵਾਰ, ਜਿਨ ਮਾਨਸ ਤੇ ਦੇਵ ਤੇ ਕੀਏ ਕਰਤ ਨ ਲਾਗੀ ਵਾਰ। ਸੱਜਣ ਸੱਚਾ ਪਾਤਸ਼ਾਹੋ ਸਿਰ ਸਾਹਾਂ ਦਾ ਸਾਹੋ, ਜਿਸ ਪਾਸ ਬੈਠਿਆਂ ਸੋਹੀਐ ਸਭਨਾਂ ਦਾ ਵੇ ਸਾਹੋ। ਉਹ ਸਤਿਗੁਰੂ ਸੱਚੇ ਪਾਤਸ਼ਾਹ ਜੋ ਇੱਕ ਪਲ ਦੇ ਵਿੱਚ ਅੱਖ ਝਮਕਦਿਆਂ ਹੀ ਬਹੁਤ ਵੱਡੀ ਤਬਦੀਲੀ ਕਰਨ ਦੇ ਸਮਰੱਥ ਹੈ। ਉਹ ਚਾਹੇ ਤੇ ਕੀੜਾ ਥਾਪ ਦੇ ਪਾਤਸ਼ਾਹੀ, ਲਸਕਰ ਕਰੇ ਸੁਆਹ। ਇੱਕ ਕੀੜੇ ਨੂੰ ਜਾਂ ਕੀੜੇ ਦੇ ਵੱਤ ਜਿਹੜਾ ਮਨੁੱਖ ਹੈ, ਜਿਹਦੀ ਕੋਈ ਪਹੁੰਚ ਨਹੀਂ ਹੈ, ਜਿਹਦੀ ਕੋਈ ਪਾਇਆ ਨਹੀਂ ਹੈ, ਉਹਨੂੰ 1 ਮਿੰਟ ਵਿੱਚ ਸਾਹਾਂ ਦਾ ਪਾਤਸ਼ਾਹ ਬਣਾ ਦੇਵੇ, ਬਾਦਸ਼ਾਹ ਬਣਾ ਦੇਵੇ, ਪਾਤਸ਼ਾਹੀਆਂ ਬਖਸ਼ ਦੇਵੇ, ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਿਗੁਰ ਨਦਰ ਕਰੇ, ਜੇ ਉਹਦੀ ਨਦਰ ਹੋ ਜਾਵੇ ਤਾਂ। ਤੇ ਜੇ ਉਹਦੀ ਨਦਰ ਉਪੱਠੀ ਜੇ ਕਰੇ ਸੁਲਤਾਨਾ ਘਾਹੋ ਕਿਰਾਏ ਦਾ, ਜੇ ਉਹਦੀ ਨਦਰ ਬਦਲ ਜਾਵੇ, ਉਹ ਗੁਰੂ ਅੱਖਾਂ ਫੇਰ ਲਵੇ ਸਾਡੇ ਵਾਲੇ ਪਾਸਿਓਂ, ਸਾਡੇ ਕੀਤੇ ਹੋਏ ਕਰਮਾਂ ਦਾ ਕਰਕੇ, ਸਾਡੀ ਕੀਤੀ ਹੋਈ ਗਲਤੀ ਦਾ ਕਰਕੇ। ਜੇ ਕਦੇ ਗੁਰੂ ਕਿਸੇ ਗੱਲੋਂ ਸਾਡੇ ਤੇ ਖਫਾ ਹੋ ਜਾਏ, ਸਾਡੇ ਤੇ ਨਦਰ ਉਹਦੀ ਸਵੱਲੀ ਨਾ ਰਹੇ, ਤੇ ਗੁਰਮੁਖ ਪਿਆਰੇ ਫਿਰ ਲਸਕਰ ਕਰੇ ਸੁਆਹ। ਲਸਕਰ ਹਜ਼ਾਰਾਂ ਫੌਜਾਂ ਨੂੰ ਇੱਕ ਪਲ ਦੇ ਵਿੱਚ ਸੁਆਹ ਕਰ ਦੇਵੇ, ਖੇਹ ਕਰ ਦੇਵੇ, ਭਸਮ ਕਰ ਦੇਵੇ। ਇਹ ਗੁਰੂ ਵਿੱਚ ਸਮਰੱਥਾ ਹੈ। ਅਮੀਰ ਨੂੰ ਇੱਕ ਪਲ ਦੇ ਵਿੱਚ ਕੰਗਾਲ ਕਰ ਦੇਵੇ, ਤੇ ਇੱਕ ਮੰਗਤੇ ਨੂੰ, ਭਿਖਾਰੀ ਨੂੰ 1 ਮਿੰਟ ਵਿੱਚ ਬਾਦਸ਼ਾਹ ਬਣਾ ਦੇਵੇ, ਸ਼ਾਹਾਂ ਦੀ ਪਦਵੀ ਬਖਸ਼ ਦੇਵੇ। ਇਹ ਉਸ ਵਾਹਿਗੁਰੂ ਪਰਮੇਸ਼ਰ ਦੇ ਹੱਥ ਹੈ। ਤੇ ਆਪਾਂ ਉਸ ਗੁਰੂ ਦੀ ਕਿਰਪਾ ਨੂੰ ਪ੍ਰਾਪਤ ਕਰਨ ਦੇ ਲਈ ਗੁਰੂ ਚਰਨਾਂ ਦੇ ਵਿੱਚ ਜੁੜ ਕੇ ਬੈਠਦੇ ਹਾਂ, ਤਾਂ ਕਿ ਸਤਿਗੁਰੂ ਜੀ ਦੀ ਸਾਡੇ ਉੱਤੇ ਨਦਰ ਸਵੱਲੀ ਰਹੇ, ਉਹ ਸਾਡੇ ਉੱਤੇ ਰੀਝ ਜਾਵੇ, ਗੁਰੂ ਸਾਡੇ ਤੇ ਪ੍ਰਸੰਨ ਹੋ ਜਾਵੇ। ਤੇ ਜਦੋਂ ਗੁਰੂ ਦੀ ਕਿਰਪਾ ਹੋ ਗਈ, ਗੁਰੂ ਦੀ ਪ੍ਰਸੰਨਤਾ ਸਾਨੂੰ ਮਿਲ ਗਈ, ਤੇ ਗੁਰਮੁਖ ਪਿਆਰਿਓ ਫਿਰ ਉਹ ਭਿਖਾਰੀ ਤੇ ਰਾਜ ਕਰਾਵੈ। ਭਿਖਾਰੀਆਂ ਨੂੰ ਵੀ ਰਾਜ ਤਖਤ ਦੇ ਉੱਤੇ ਬਿਠਾ ਦਿੰਦਾ, ਭਿਖਾਰੀਆਂ ਨੂੰ ਵੀ ਰਾਜ ਭਾਗ ਦੀ ਬਖਸ਼ਿਸ਼ ਕਰ ਦਿੰਦਾ ਹੈ। ਇੱਕ ਪਲ ਦੇ ਵਿੱਚ ਉਹ ਨਿਮਕ ਮਾਤਰ ਵੀ ਨਹੀਂ ਲਾਉਂਦਾ, ਕਿਉਂਕਿ ਸਭ ਕੁਝ ਉਹਦੇ ਹੱਥ ਵਿੱਚ ਆ ਨਾ। ਇਹ ਸਮੁੱਚੀ ਸ੍ਰਿਸ਼ਟੀ ਗੁਰੂ ਪਾਤਸ਼ਾਹ ਵਾਸਤੇ, ਅਕਾਲ ਪੁਰਖ ਵਾਹਿਗੁਰੂ ਦੇ ਵਾਸਤੇ ਹਸਤਾ ਅਮਲ ਦੀ ਤਰ੍ਹਾਂ ਹੈ। ਹਸਤਾ ਅਮਲ ਕਿਹਨੂੰ ਕਹਿੰਦੇ ਆ ਗੁਰਮੁਖ ਪਿਆਰੇ? ਜਿਵੇਂ ਹੱਥ ਦੀ ਹਥੇਲੀ ਦੇ ਉੱਤੇ ਔਲਾ ਰੱਖਿਆ ਹੋਵੇ ਨਾ, ਤੇ ਉਹ ਵੇਖਣ ਵਾਲਾ ਮਨੁੱਖ ਉਹਨੂੰ ਜਿਹੜੇ ਪਾਸਿਓਂ ਮਰਜ਼ੀ ਵੇਖ ਸਕਦਾ, ਉਹਦੇ ਵੱਸ ਵਿੱਚ ਹੁੰਦਾ ਸਭ ਕੁਝ। ਇਸੇ ਤਰ੍ਹਾਂ ਪਰਮੇਸ਼ਰ ਵਾਸਤੇ ਇਹ ਸ੍ਰਿਸ਼ਟੀ ਜਿਹੜੀ ਹਸਤਾ ਅਮਲ ਦੀ ਤਰ੍ਹਾਂ, ਹੱਥ ਉੱਤੇ ਰੱਖੇ ਹੋਏ ਔਲੇ ਦੀ ਤਰ੍ਹਾਂ ਹੈ। ਉਹ ਇਹਨੂੰ ਜਿੱਧਰੋਂ ਮਰਜ਼ੀ ਵੇਖ ਲੇ, ਜਿੱਧਰ ਨੂੰ ਮਰਜ਼ੀ ਘੁਮਾ ਦੇਵੇ, ਉਹਦੀ ਮਰਜ਼ੀ ਹੈ, ਉਹਦੀ ਮੌਜ ਹੈ। ਸੋ ਇਸ ਕਰਕੇ ਸਤਿਗੁਰ ਸੱਚੇ ਪਾਤਸ਼ਾਹ ਸਰਬ ਕਲਾ ਸਮਰੱਥ ਹਨ। ਇਹ ਭਾਵਨਾ ਗੁਰੂ ਕੇ ਸਿੱਖ ਨੇ ਰੱਖਣੀ ਹੈ ਮਨ ਦੇ ਵਿੱਚ, ਕਿ ਗੁਰੂ ਤੋਂ ਵੱਡਾ ਸਮਰੱਥ ਕੋਈ ਨਹੀਂ। ਗੁਰੂ ਨੂੰ ਛੱਡ ਕੇ ਆਸੇ ਪਾਸੇ ਜਿੱਥੇ ਮਰਜ਼ੀ ਭਟਕਦਾ ਫਿਰੀ, ਗੁਰੂ ਕੇ ਸਿੱਖਾ ਤੇਰੀ ਕਿਸੇ ਨੇ ਬਾਂਹ ਨਹੀਂ ਜੇ ਫੜਨੀ, ਗੁਰੂ ਹੀ ਤੇਰੀ ਬਾਂਹ ਫੜੇਗਾ। ਚਾਹੇ ਤੂੰ ਕਿਸੇ ਮੜੀ ਤੇ ਚਲਿਆ ਜਾ, ਕਬਰ ਤੇ ਚਾਦਰਾਂ ਚੜਾਉਂਦਾ ਫਿਰ, ਕਿਸੇ ਦੇਹ ਧਾਰੀ ਦੇ ਖੁਰੜਿਆਂ ਦੇ ਵਿੱਚ ਜਾ ਕੇ ਬੈਠਾ ਰਹਿ, ਪਰ ਪੂਰਨ ਸਤਿਗੁਰੂ ਤੋਂ ਬਿਨਾਂ ਤੇਰੀ ਪੂਰੀ ਨਹੀਂ ਪੈਣੀ ਕਿਤੇ। ਸਭ ਤੋਂ ਵੱਡਾ ਸਤਿਗੁਰੂ ਨਾਨਕ ਜਿਨ ਕਲ ਰਾਖੀ ਮੇਰੀ। ਇਹ ਸਤਿਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ, ਜਿਨ੍ਹਾਂ ਦਾ ਕਲਯੁਗ ਦੇ ਵਿੱਚ ਪਹਿਰਾ ਹੈ। ਪੂਰਨ ਸਤਿਗੁਰੂ ਹਨ ਕਲਯੁਗ ਦੇ ਵਿੱਚ। ਤ੍ਰੇਤੈ ਤੈ ਮਾਣਿਓ ਰਾਮ ਰਘੁਵੰਸ਼ ਕਹਾਇਓ, ਦੁਆਪਰ ਕ੍ਰਿਸ਼ਨ ਮੁਰਾਰ ਕੰਸ ਕਰਤਾਰਥ ਕੀਓ। ਸਤਯੁਗ ਤੈ ਮਾਣਿਓ ਛਲਿਓ ਬਲ ਬਾਵਨ ਭਾਇਓ, ਤ੍ਰੇਤੈ ਤੈ ਮਾਣਿਓ ਰਾਮ ਰਘੁਵੰਸ਼ ਕਹਾਇਓ, ਦੁਆਪਰ ਕ੍ਰਿਸ਼ਨ ਮੁਰਾਰ ਕੰਸ ਕਰਤਾਰਥ ਕੀਓ। ਉਗਰ ਸੈਨ ਕੋ ਰਾਜ ਅਭੈ ਭਗਤੈ ਜਨ ਦੀਓ, ਕਲਯੁਗ ਪ੍ਰਮਾਣ ਨਾਨਕ ਗੁਰ। ਕਲਯੁਗ ਦੇ ਵਿੱਚ ਜੇਕਰ ਕੋਈ ਪ੍ਰਮਾਣਿਕ ਗੁਰੂ ਹੈ ਤੇ ਉਹ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਹਨ। ਸੋ ਉਹਨਾਂ ਦੇ ਦਰ ਘਰ ਵਿਖੇ ਆ ਕੇ ਜਦੋਂ ਤੂੰ ਅਰਦਾਸ ਕਰੇਂਗਾ ਭਾਵਨਾ ਦੇ ਨਾਲ, ਕਈ ਵਾਰ ਇਸ ਤਰ੍ਹਾਂ ਵੀ ਹੁੰਦਾ ਗੁਰਮੁਖ ਪਿਆਰਿਓ ਕਿ ਸਾਨੂੰ ਕੋਈ ਢੋ ਨਹੀਂ ਲੱਭਦਾ, ਕੋਈ ਟਿਕਾ ਨਹੀਂ ਲੱਭਦਾ, ਕੋਈ ਆਸਰਾ ਨਹੀਂ ਲੱਭਦਾ, ਅਸੀਂ ਜਾਈਏ ਤਾਂ ਕਿੱਧਰ ਜਾਈਏ। ਇੰਨਾ ਮਨੁੱਖ
ਕਿਸੇ ਦੁਚਿੱਤੀ ਦੇ ਵਿੱਚ ਪੈ ਜਾਂਦਾ ਹੈ, ਤੇ ਉਸ ਵੇਲੇ ਸਤਿਗੁਰੂ ਜੀ ਕਹਿੰਦੇ ਤੂੰ ਗੁਰੂ ਚਰਨਾਂ ਵਿੱਚ ਆ ਕੇ ਅਰਦਾਸ ਕਰ। ਮੜੀਆਂ ਮਸਾਣਾ ਉੱਤੇ ਨਹੀਂ ਜਾਣਾ, ਕਹਿੰਦੇ ਦੁਬਦਾ ਨਾ ਪੜੋ, ਹਰ ਬਿਨ ਹੋਰ ਨਾ ਪੂਜਾਓ, ਮੜਾ ਮਸਾਣ ਨਾ ਜਾਈ। ਦੁਬਦਾ ਵਿੱਚ ਨਹੀਂ ਪੈਣਾ, ਮਨ ਨੂੰ ਦੁਚਿੱਤੀ ਵਿੱਚ ਨਹੀਂ ਰੱਖਣਾ। ਸਲਿਊਸ਼ਨ ਦੇ ਵਾਸਤੇ, ਹੱਲ ਦੇ ਵਾਸਤੇ, ਸਮੱਸਿਆ ਦਾ ਹੱਲ ਕਿਵੇਂ ਹੋਵੇ, ਉਹ ਗੁਰੂ ਤੈਨੂੰ ਰਸਤਾ ਦੱਸੇਗਾ। ਕਿਉਂਕਿ ਗੁਰੂ ਸ਼ਬਦ ਦਾ ਜੇ ਅਰਥ ਕਰੀਏ ਤੇ ਗੁਰਮੁਖ ਪਿਆਰਿਓ, ਗੁਰੂ ਹੈ ਹੀ ਹਨੇਰੇ ਦੇ ਵਿੱਚੋਂ ਕੱਢ ਕੇ ਚਾਨਣ ਦੇ ਰਸਤੇ ਉੱਤੇ ਪਾਉਣ ਦਾ ਨਾਮ ਗੁਰੂ ਹੈ, ਜਿਹੜਾ ਸਾਨੂੰ ਅਗਿਆਨਤਾ ਦੇ ਹਨੇਰੇ ਵਿੱਚੋਂ ਕੱਢ ਕੇ ਗਿਆਨ ਦੀ ਰੌਸ਼ਨੀ ਦਿਖਾ ਦੇਵੇ, ਰਾਹ ਦਿਖਾ ਦੇਵੇ ਕਿ ਸਿੱਖਾ ਇੱਧਰ ਨੂੰ ਚੱਲ, ਆਹ ਰਸਤਾ ਤੇਰੇ ਵਾਸਤੇ ਸਹੀ ਹੈ। ਸੋ ਉਹਨੂੰ ਆਪਾਂ ਗੁਰੂ ਕਹਿੰਦੇ ਹਾਂ। ਗੋਤਮ ਨਾਮ ਅਗਿਆਨ ਅਨਿਤ, ਰੂ ਪ੍ਰਕਾਸ਼ ਕੀਆ ਜਨ ਚਿੱਤ। ਗੋ ਨਾਮ ਤਮ ਦਾ, ਹਨੇਰੇ ਦਾ, ਅਗਿਆਨਤਾ ਦਾ ਹਨੇਰਾ ਜਿਹੜਾ ਨਿੱਤਾ ਪ੍ਰਤੀ ਸਾਡੇ ਚੱਲਦਾ ਹੀ ਰਹਿੰਦਾ, ਸਾਡੇ ਵਿੱਚ, ਸਾਡੇ ਦਿਮਾਗ ਵਿੱਚ, ਦਿਲੋਂ ਦਿਮਾਗ ਵਿੱਚ ਛਾਇਆ ਰਹਿੰਦਾ ਹੈ। ਗੋਤਮ ਨਾਮ ਅਗਿਆਨ ਅਨਿਤ, ਤੇ ਰੂ ਕਹੀਏ, ਰੂ ਪ੍ਰਕਾਸ਼ ਕੀਆ ਜਨ ਚਿੱਤ। ਜਿਹਨੇ ਰੂਹ ਫੂਕ ਦਿੱਤੀ ਸਾਡੇ ਅੰਦਰ, ਜਿਹਨੇ ਪ੍ਰਕਾਸ਼ ਕਰ ਦਿੱਤਾ, ਚਾਨਣਾ ਕਰ ਦਿੱਤਾ। ਗਿਆਨ ਅੰਜਨ ਗੁਰ ਦੀਆ, ਅਗਿਆਨ ਅੰਧੇਰ ਵਿਨਾਸ਼, ਹਰ ਕਿਰਪਾ ਤੇ ਸੰਤ ਭੇਟਿਆ, ਨਾਨਕ ਮਨ ਪ੍ਰਗਾਸ। ਜਿਹੜਾ ਸਾਡੇ ਮਨਾਂ ਦੇ ਵਿੱਚ ਉਜਾਲਾ ਕਰ ਦੇਵੇ, ਚਾਨਣਾ ਕਰ ਦੇਵੇ, ਪ੍ਰਕਾਸ਼ ਕਰ ਦੇਵੇ, ਜੋਤ ਦਿਖਾ ਦੇਵੇ, ਉਹਨੂੰ ਗੁਰੂ ਕਹੀਦਾ। ਤੇ ਐਸੇ ਗੁਰੂ ਦੇ ਚਰਨਾਂ ਵਿੱਚ ਜਦੋਂ ਕੋਈ ਗੁਰੂ ਕਾ ਸਿੱਖ ਭਾਵਨਾ ਦੇ ਨਾਲ ਆ ਕੇ ਬੇਨਤੀ ਕਰ ਲਏ, ਮਹਾਰਾਜ ਸੱਚੇ ਪਾਤਸ਼ਾਹ ਮੈਂ ਬੜੀ ਸਮੱਸਿਆ ਵਿੱਚ ਹਾਂ, ਤੇ ਸਤਿਗੁਰੂ ਨੇ ਰਸਤਾ ਦੱਸਿਆ ਕੀ ਕਰਨਾ। ਜੀਅ ਕੀ ਬਿਰਥਾ ਹੋਏ ਸੋ ਗੁਰ ਪਹਿ ਅਰਦਾਸ ਕਰ। ਕਹਿੰਦੇ ਤੇਰੇ ਜਿਹੜੀ ਜੀਅੜੇ ਦੀ ਬਿਰਥਾ ਹੈ, ਤੇਰੇ ਮਨ ਦੀ ਹਾਲਤ ਹੈ, ਤੇਰੇ ਜਿਹੜੀ ਹਿਰਦੇ ਦੀ ਬੇਬਲਤਾ ਨਾ, ਉਹਨੂੰ ਗੁਰੂ ਚਰਨਾਂ ਵਿੱਚ ਆ ਕੇ ਬੇਨਤੀ ਰੂਪ ਵਿੱਚ ਕਹਿ ਦੇ, ਅਰਦਾਸ ਰੂਪ ਵਿੱਚ ਕਹਿ ਦੇ। ਜੀਅ ਕੀ ਬਿਰਥਾ ਹੋਏ, ਜੀਅ ਕੀ ਬਿਰਥਾ ਹੋਏ ਸੋ ਗੁਰ ਪਹਿ ਅਰਦਾਸ ਕਰ। ਫਿਰ ਜਦੋਂ ਗੁਰੂ ਚਰਨਾਂ ਵਿੱਚ ਆ ਕੇ ਤਨੋਂ ਮਨੋਂ ਅੰਦਰੋਂ ਜੁੜ ਕੇ ਗੁਰੂ ਨਾਲ ਤੇ ਉਹ ਭਾਵਨਾ ਕਹੇਗਾ ਨਾ, ਤੇ ਸਤਿਗੁਰ ਸੱਚੇ ਪਾਤਸ਼ਾਹ ਫਿਰ ਬਿਰਥੀ ਕਦੇ ਨਾ ਹੋਵਈ ਜਨ ਕੀ ਅਰਦਾਸ, ਨਾਨਕ ਜੋਰ ਗੋਬਿੰਦ ਕਾ ਪੂਰਨ ਗੁਣਤਾਸ। ਤੇਰੀ ਅਰਦਾਸ ਕਦੇ ਬਿਰਥੀ ਨਹੀਂ ਜਾਵੇਗੀ, ਵਿਅਰਥ ਨਹੀਂ ਜਾਵੇਗੀ, ਨਿਸਫਲ ਨਹੀਂ ਜਾਵੇਗੀ। ਕਈ ਵਾਰ ਹੁੰਦਾ ਹੈ ਕਿ ਇਸ ਤਰ੍ਹਾਂ ਦਾ ਸਮਾਂ ਆ ਜਾਂਦਾ ਹੈ, ਜੇ ਕੋ ਹੋਵੇ ਦੁਬਲਾ ਨੰਗ ਭੁੱਖ ਕੀ ਪੀੜ, ਦਮੜਾ ਪੱਲੇ ਨਾ ਪਵੈ ਨਾ ਕੋ ਦੇਵੈ ਧੀਰ, ਸਵਾਰਥ ਸੁਆਵ ਨਾ ਕੋ ਕਰੇ ਨਾ ਕਿਛ ਹੋਵੇ ਕਾਜ। ਇਸ ਤਰ੍ਹਾਂ ਦੀ ਜਦੋਂ ਅਵਸਥਾ ਆ ਜਾਵੇ, ਬੰਦਾ ਆਰਥਿਕ ਤੌਰ ਤੇ ਪਤਲਾ ਇੰਨਾ ਹੋ ਜਾਵੇ, ਇੰਨੀ ਮਾੜੀ ਹਾਲਤ ਹੋ ਜਾਵੇ, ਰੋਟੀ ਦੇ ਲਾਲੇ ਪੈ ਜਾਣ, ਨੰਗ ਭੁੱਖ ਦੇ ਨਾਲ ਘੁਲਦਾ ਹੋਵੇ ਦਿਨ ਰਾਤ, ਦਮੜਾ ਪੱਲੇ ਨਾ ਪਵੈ ਨਾ ਕੋ ਦੇਵੈ ਧੀਰ, ਨਾ ਤਾਂ ਕੋਈ ਦਮੜਾ ਹੀ ਪੱਲੇ ਪੈਂਦਾ ਹੋਵੇ, ਕੋਈ ਪੈਸਾ ਹੀ ਆਉਂਦਾ ਹੋਵੇ ਕਿਸੇ ਪਾਸੋਂ, ਤੇ ਨਾ ਹੀ ਕੋਈ ਧੀਰਜ ਦੇਣ ਵਾਲਾ ਹੋਵੇ ਵੀ ਕੋਈ ਨਹੀਂ ਭਾਈ, ਅੱਜ ਨਹੀਂ ਤੇ ਕੱਲ ਦਿਨ ਫੋਰੀ ਜਾਣੇ ਆ, ਸਮਾਂ ਹਮੇਸ਼ਾ ਇੱਕੋ ਜਿਹਾ ਨਹੀਂ ਰਹਿੰਦਾ। ਜੇ ਦਿਨ ਉਹ ਪੁਰਾਣੇ ਚੰਗੇ ਵੇਲੇ ਨਹੀਂ ਰਹੇ, ਤੇ ਇਹ ਮਾੜੇ ਨੇ ਕਿਹੜਾ ਹਮੇਸ਼ਾ ਮਾੜੇ ਸਮੇਂ ਨੇ ਰਹਿਣਾ, ਸਮੇਂ ਨੇ ਤਾਂ ਫੁਰਨਾ ਹੀ ਹੈ, ਸਮੇਂ ਦੀ ਤਾਂ ਚਾਲ ਹੈ, ਤੇ ਸਮੇਂ ਅਨੁਸਾਰ ਹਾਲਾਤ ਵੀ ਬੰਦੇ ਦੇ ਬਦਲਦੇ ਰਹਿੰਦੇ ਹੈ। ਕਹਿੰਦੇ ਐਸਾ ਸਮਾਂ ਆ ਜਾਵੇ, ਦਮੜਾ ਪੱਲਾ ਨਾ ਪਵੈ ਨਾ ਕੋ ਦੇਵੈ ਧੀਰ, ਸਵਾਰਥ ਸੁਆਹ ਨਾ ਕੋ ਕਰੇ ਨਾ ਕਿਛ ਹੋਵੇ ਕਾਜ। ਕੋਈ ਤੇਰਾ ਹਿਤ ਕਰਨ ਵਾਲਾ ਹਿਤੂ ਵੀ ਨਾ ਹੋਵੇ, ਨਾ ਤੇਰੇ ਕੋਲੇ ਕੋਈ ਕੰਮਕਾਰ ਹੋਵੇ। ਤੇ ਬਹੁਤ ਸਾਰੇ ਸਮੇਂ ਸਾਡੇ ਕੋਲ ਐਸੇ ਬਣ ਜਾਂਦੇ ਆ ਜ਼ਿੰਦਗੀ ਦੇ ਵਿੱਚ ਕਿ ਸਾਨੂੰ ਕੋਈ ਰਸਤਾ ਨਹੀਂ ਸੁਝਦਾ, ਕਰੀਏ ਕੀ, ਜਾਈਏ ਕਿੱਧਰ। ਤੇ ਸਤਿਗੁਰਾਂ ਨੇ ਰਸਤਾ ਦੱਸਿਆ, ਕਹਿੰਦੇ ਸਵਾਰਥ ਸੁਆਵ ਨਾ ਕੋ ਕਰੇ ਨਾ ਕਿਛ ਹੋਵੇ ਕਾਜ, ਚਿੱਤ ਆਵੈ ਉਸ ਪਾਰ ਬ੍ਰਹਮ ਤਾਂ ਨਿਹਚਲ ਹੋਵੇ ਰਾਜ। ਜੇ ਪਾਰ ਬ੍ਰਹਮ ਪਰਮੇਸ਼ਰ ਤੈਨੂੰ ਚੇਤੇ ਆ ਗਿਆ, ਉਸ ਵੇਲੇ ਤੈਨੂੰ ਕੋਈ ਟੂਣੇ ਟਾਮਣਾ ਵਾਲਾ ਨਾ ਚੇਤੇ ਆ ਜਾਵੇ, ਕੋਈ ਸਿਆਣਾ ਪੁੱਛਿਆ ਪਾਉਣ ਵਾਲਾ ਨਾ ਤੈਨੂੰ ਚੇਤੇ ਆ ਜਾਵੇ, ਕਿਤੇ ਤੈਨੂੰ ਗਲਤ ਰਸਤੇ ਤੇ ਪਾ ਦੇਵੇ ਵੀ ਆ ਲੈ ਚੁਰਾਹੇ ਦੇ ਵਿੱਚ ਆ ਨਾਰੀਅਲ ਰੱਖ ਦਈ, ਆ ਤੂੰ ਬੱਕਰੇ ਦੀ ਭੇਟਾ ਦੇ ਦਈ, ਜਾਂ ਆ ਫਲਾਣੇ ਦਾ ਮਾੜਾ ਕਰ ਦਈ, ਤੇਰਾ ਚੰਗਾ ਹੋ ਜਾਏਗਾ। ਨਹੀਂ ਗੁਰਮੁਖੋ, ਜੇ ਕਿਸੇ ਦਾ ਮਾੜਾ ਕਰਾਂਗੇ ਤਾਂ ਆਪਣਾ ਪਹਿਲਾਂ ਮਾੜਾ ਹੋਵੇਗਾ, ਜੇ ਕਿਸੇ ਦਾ ਦੂਜੇ ਦਾ ਭਲਾ ਕਰੋਗੇ ਨਾ ਤੇ ਆਪਣਾ ਭਲਾ ਫਿਰ ਨਾਲ ਹੀ ਹੋ ਜਾਂਦਾ। ਸਤਿਗੁਰ ਨੇ ਇਹੀ ਤਾਂ ਸਾਨੂੰ ਸਿੱਖਿਆ ਦਿੱਤੀ ਹੈ ਕਿ ਸਾਰਿਆਂ ਦਾ ਭਲਾ ਮੰਗ। ਜਿਹੜਾ ਆਪਾਂ ਅਰਦਾਸ ਦੇ ਵਿੱਚ ਕਹਿੰਦੇ ਆ ਨਾ, ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਸਤਿਗੁਰ ਨੇ ਸਰਬੱਤ ਦਾ ਭਲਾ ਕਰਨਾ ਹੀ ਸਿਖਾਇਆ ਸਾਨੂੰ।
ਜੇ ਸਰਬੱਤ ਦੇ ਭਲੇ ਵਿੱਚ ਸਾਰੇ ਹੀ ਆ ਜਾਂਦੇ ਆ ਸਿੱਖਾ, ਤੇਰੀ ਵੀ ਗਿਣਤੀ ਵਿੱਚ ਇਹ ਆ ਜਾਏਗੀ ਜਦੋਂ ਸਰਬੱਤ ਦਾ ਹੀ ਭਲਾ ਮੰਗ ਲਿਆ। ਤੇ ਜਿਹੜਾ ਕੋਈ ਆਪੋ ਆਪਣਾ ਭਲਾ ਮੰਗਦਾ ਹੈ, ਗੁਆਂਢੀ ਦਾ ਬੁਰਾ ਸੋਚਦਾ ਹੈ ਕਿ ਮੇਰਾ ਭਲਾ ਹੋ ਜਾਏ, ਗੁਆਂਢੀ ਦਾ ਭਾਵੇਂ ਨੁਕਸਾਨ ਹੋ ਜਾਏ, ਤੇ ਉਹਦਾ ਆਪਣਾ ਕਿੱਥੋਂ ਚੰਗਾ ਹੋਣਾ ਹੈ। ਗੁਰਮੁਖ ਪਿਆਰਿਓ, ਸਿਆਣੇ ਕਹਿੰਦੇ ਨੇ ਕਿ ਜੇ ਕਿਸੇ ਵੱਲ ਇੱਕ ਉਂਗਲੀ ਕਰੀਏ ਤਾਂ 4 ਉਂਗਲਾਂ 4 ਉਂਗਲਾਂ ਆਪਣੇ ਆਪ ਸਾਡੇ ਵੱਲ ਹੋ ਜਾਂਦੀਆਂ। ਜਦੋਂ ਆਪਾਂ ਇੱਦਾਂ ਕਰਕੇ ਕਰਦੇ ਹਾਂ ਨਾ ਕਿਸੇ ਵੱਲ ਇੱਕ ਉਂਗਲੀ, ਤੇ ਇਹ ਵੇਖੋ 4 ਆਪਣੇ ਵੱਲ। ਜੇ ਕਿਸੇ ਦਾ ਬੁਰਾ ਸੋਚੇਗਾ ਤਾਂ 4 ਗੁਣਾ ਤੇਰਾ ਬੁਰਾ ਹੋਏਗਾ। ਜੇ ਕਿਸੇ ਦਾ ਭਲਾ ਸੋਚੇਗਾ ਤੇ ਉਹ ਪਾਰ ਬ੍ਰਹਮ ਪਰਮੇਸ਼ਰ ਤੇਰੇ ਉੱਤੇ ਰਿਝੇਗਾ ਕਿ ਇਹ ਮੇਰੀ ਬਣਾਈ ਹੋਈ ਸ੍ਰਿਸ਼ਟੀ ਦਾ ਭਲਾ ਚਾਹੁੰਦਾ ਹੈ, ਚੰਗਾ ਚਾਹੁੰਦਾ ਹੈ, ਤੇ ਉਹ ਸਭ ਤੋਂ ਪਹਿਲਾਂ ਤੇਰਾ ਚੰਗਾ ਕਰੇਗਾ। ਸਵਾਰਥ ਸੁਆਵ ਨਾ ਕੋ ਕਰੇ, ਨਾ ਕਿਛ ਹੋਵੇ ਕਾਜ, ਚਿੱਤ ਆਵੈ ਉਸ ਪਾਰ ਬ੍ਰਹਮ ਤਾਂ ਨਿਹਚਲ ਹੋਵੇ ਰਾਜ। ਸਤਿਗੁਰ ਸੱਚੇ ਪਾਤਸ਼ਾਹ ਕਹਿੰਦੇ ਅਚਲ ਰਾਜ, ਜਿਹੜਾ ਕਦੇ ਹਿਲਦਾ ਹੀ ਨਹੀਂ, ਹਮੇਸ਼ਾ ਦੇ ਲਈ ਤੈਨੂੰ ਉਹ ਵਾਹਿਗੁਰੂ ਪਰਮੇਸ਼ਰ ਪਾਤਸ਼ਾਹੀ ਬਖਸ਼ ਦੇਵੇਗਾ, ਰਾਜਾ ਬਣਾ ਦੇਵੇਗਾ। ਕਿਉਂਕਿ ਪਹਿਲਾਂ ਵਿਚਾਰ ਕੀਤੀ ਹੈ ਵੀ ਭੇਖਾਰੀ ਤੇ ਰਾਜ ਕਰਾਵੇ, ਰਾਜਾ ਤੇ ਭੇਖਾਰੀ, ਖਲ ਮੂਰਖ ਤੇ ਪੰਡਿਤ ਕਰਬੋ, ਪੰਡਿਤ ਤੇ ਮੁਗਧਾਰੀ। ਜਦੋਂ ਉਹ ਵਾਹਿਗੁਰੂ ਸੱਚੇ ਪਾਤਸ਼ਾਹ ਜੀ ਦੀ ਕਿਰਪਾ ਦੀ ਹੈ ਨਾ ਇਹ ਸਦਕਾ, ਜੇ ਉਹਦੀ ਕਿਰਪਾ ਸਵੱਲੀ ਹੈ, ਨਦਰ ਸਵੱਲੀ ਹੈ, ਤੇ ਰਾਜੇ ਤੋਂ ਸਾਧ ਸੰਗਤ ਜੀ ਉਹ ਭਿਖਾਰੀ ਤੋਂ ਰਾਜਾ ਬਣਾ ਦੇਵੇ, ਤੇ ਜੇ ਉਹਦੀ ਨਦਰ ਉਪੱਠੀ ਹੋ ਗਈ ਤੇ ਫਿਰ ਰਾਜਾ ਤੇ ਭਿਖਾਰੀ। ਭਿਖਾਰੀਆਂ ਨੂੰ ਰਾਜ ਕਿਵੇਂ ਕਰਨ ਲਾਉਂਦਾ ਹੈ, ਕਿਵੇਂ ਉਹ ਵਾਹਿਗੁਰੂ ਸੱਚੇ ਪਾਤਸ਼ਾਹ ਜੀ ਦੇ ਜਦੋਂ ਦਰ ਦੇ ਉੱਤੇ ਆਈਏ ਕਿਵੇਂ ਕਿਸਮਤ ਬਦਲਦੀ ਹੈ। ਗੁਰਮੁਖੋ ਖਿਆਲ ਕਰਿਓ, ਜੇ ਕਦੇ ਐਸਾ ਸਮਾਂ ਸਾਡੀ ਜ਼ਿੰਦਗੀ ਵਿੱਚ ਆ ਜਾਵੇ, ਕਿਉਂਕਿ ਸਮੇਂ ਦਾ ਪਤਾ ਕੋਈ ਨਹੀਂ ਹੁੰਦਾ, ਪਰ ਗੁਰੂ ਚਰਨਾਂ ਵਿੱਚ ਅਰਦਾਸ ਹੈ ਕਦੇ ਕਿਸੇ ਤੇ ਐਸਾ ਸਮਾਂ ਨਾ ਆਵੇ। ਪਰ ਸਮੇਂ ਦਾ, ਸਾਡੇ ਕਰਮਾਂ ਦਾ ਜਿਹੜਾ ਲੇਖਾ ਜੋਖਾ ਹੁੰਦਾ ਹੈ, ਉਹਦੇ ਮੁਤਾਬਕ ਕਈ ਵਾਰ ਅੱਤ ਦੀ ਗਰੀਬੀ ਵਿੱਚੋਂ ਗੁਰੂ ਕੇ ਸਿੱਖਾ ਤੂੰ ਲੰਘੇ। ਮੈਂ ਸਿਰਫ ਦੁਨਿਆਵੀ ਤੌਰ ਦੇ ਉੱਤੇ ਕਹਿ ਰਿਹਾ ਕਿ ਅੱਤ ਦੀ ਗਰੀਬੀ ਜਿਹੜੀ ਤਨ ਦੀ ਗਰੀਬੀ ਹੈ, ਹਾਂ ਮਨ ਦੀ ਗਰੀਬੀ ਸਤਿਗੁਰੂ ਦੇ ਚਰਨਾਂ ਵਿੱਚੋਂ ਮੰਗਣੀ ਹੈ ਕਿ ਸਾਡਾ ਮਨ ਗਰੀਬ ਰਹੇ, ਨਿਮਰਤਾ ਵਿੱਚ ਰਹੇ। ਇਹ ਨਾ ਕਿਤੇ ਪਾਤਸ਼ਾਹ ਬਣ ਕੇ ਦੂਜਿਆਂ ਦੇ ਉੱਤੇ ਹੁਕਮ ਚਲਾਉਣ ਵਾਲਾ ਬਣ ਜਾਏ। ਗੁਰੂ ਕੇ ਸਿੱਖ ਨੇ ਮਨ ਦੀ ਗਰੀਬੀ, ਮਨ ਨੀਵਾਂ ਮਤ ਉੱਚੀ ਦੀ ਮੰਗ ਅਰਦਾਸ ਵਿੱਚ ਆਪਾਂ ਕਰਦੇ ਹਾਂ। ਤੇਰਾ ਮਨ ਨੀਵਾਂ ਰਹੇ, ਮਤ ਉੱਚੀ ਰਹੇ। ਤੇ ਜਦੋਂ ਮਨ ਨੀਵਾਂ ਹੋਏਗਾ, ਮਤ ਉੱਚੀ ਹੋਵੇਗੀ, ਤੂੰ ਸਭਨਾਂ ਦਾ ਭਲਾ ਮੰਗੇਗਾ, ਤੇਰਾ ਭਲਾ ਆਪਣੇ ਆਪ ਹੋਵੇਗਾ। ਜੇ ਕਦੇ ਐਸਾ ਸਮਾਂ ਬਣ ਆਵੇ ਤਾਂ ਸਤਿਗੁਰ ਸੱਚੇ ਪਾਤਸ਼ਾਹ ਕਹਿੰਦੇ ਗੁਰੂ ਚਰਨਾਂ ਵਿੱਚ ਆ ਕੇ ਅਰਦਾਸ ਕਰ ਲੈ। ਸਿੱਖ ਦਾ ਅਤੇ ਗੁਰੂ ਦਾ ਆਪਸ ਵਿੱਚ ਸੰਬੰਧ ਜੋੜਨ ਵਾਲਾ ਇੱਕੋ ਇੱਕ ਸਾਧਨ ਹੈ, ਉਹ ਹੈ ਅਰਦਾਸ। ਅਰਦਾਸ ਗੁਰੂ ਤੇ ਸਿੱਖ ਦਾ ਸੰਬੰਧ ਜੋੜਦੀ ਹੈ। ਗੁਰੂ ਨੂੰ ਤਰਸ ਆਉਂਦਾ ਹੈ, ਸਿੱਖ ਨਿਮਾਣਾ ਨਤਾਣਾ ਹੋ ਕੇ ਜਦੋਂ ਬੇਨਤੀ ਕਰਦਾ, ਅਰਦਾਸ ਕਰਦਾ ਹੈ, ਤੇ ਗੁਰੂ ਫਿਰ ਬਹੁਤ ਕਿਰਪਾ ਬਖਸ਼ਿਸ਼ ਕਰ ਦਿੰਦਾ ਹੈ। ਗੁਰੂ ਚਰਨਾਂ ਵਿੱਚ ਜਦੋਂ ਆ ਕੇ ਅਰਦਾਸ ਕੀਤੀ ਤੇ ਕੀ ਪ੍ਰਾਪਤੀ ਹੋਈ ਜੀ? ਅਪੁਸ਼ਟ ਬਾਤ ਤੇ ਭਈ ਸਿਧਰੀ, ਦੁਸ਼ਟ ਦੂਤ ਸਜਨਈ। ਜੇਕਰ ਤੇਰੇ ਬਹੁਤੇ ਦੁਸ਼ਮਣ ਪੈਦਾ ਹੋ ਗਏ, ਦੁਸ਼ਟ ਪੈਦਾ ਹੋ ਗਏ, ਉਹ ਤੈਨੂੰ ਤੰਗ ਕਰੀ ਜਾਂਦੇ ਐ, ਤੇ ਹਰੇਕ ਗੱਲ ਜਿਹੜੀ ਤੂੰ ਸਿੱਧੀ ਕਰਨੀ ਚਾਹੁੰਦਾ ਉਹ ਪੁੱਠੀ ਪੈ ਜਾਂਦੀ ਹੈ। ਜਿਹੜਾ ਕੰਮ ਕਰਨਾ ਚਾਹੁੰਦਾ ਸਿੱਧਾ, ਉਹ ਪੁੱਠਾ ਹੋ ਜਾਂਦਾ ਹੈ। ਆਮ ਹੀ ਵਰਤਦਾ ਇਹ ਦੁਨੀਆ ਦੇ ਵਿੱਚ। ਕਹਿੰਦੇ ਜੇ ਇਸ ਤਰ੍ਹਾਂ ਦਾ ਸਮਾਂ ਆ ਜਾਏ, ਗੁਰੂ ਚਰਨਾਂ ਵਿੱਚ ਪਹੁੰਚ, ਜਦੋਂ ਉਹ ਗੋਬਿੰਦ ਦੀ, ਇਹ ਧਰਤੀ ਨੂੰ ਰੱਖਣ ਵਾਲੇ ਦੀ, ਇਹ ਸ੍ਰਿਸ਼ਟੀ ਦੇ ਮਾਲਕ ਦੀ ਕਿਰਪਾ ਹੋਏਗੀ, ਤੇ ਅਪੁਸ਼ਟ ਬਾਤ ਤੇ ਭਈ ਸਿਧਰੀ, ਦੁਸ਼ਟ ਦੂਤ ਸਜਨਈ। ਪੁੱਠੀ ਬਾਤ ਸਿੱਧੀ ਹੋ ਜਾਏਗੀ। ਜਿਹੜੇ ਦੁਸ਼ਟ ਹੈ, ਦੂਤ ਹੈ, ਉਹ ਸੱਜਣ ਬਣ ਜਾਣਗੇ। ਜਿਹੜੇ ਤੇਰੇ ਵੈਰੀ ਹੈ, ਚਾਹੇ ਉਹ ਕਾਮ ਕ੍ਰੋਧ ਲੋਭ ਮੋਹ ਹੰਕਾਰ ਹੈ ਸੂਖਸ਼ਮ ਰੂਪ ਦੇ ਵਿੱਚ, ਚਾਹੇ ਪ੍ਰਤੱਖ ਦੁਨੀਆ ਦੇ ਉੱਤੇ ਤੇਰੇ ਦੁਸ਼ਮਣ ਬਣੇ ਬੈਠੇ ਲੋਕ ਹੈ। ਅਪੁਸ਼ਟ ਬਾਤ ਤੇ ਭਈ ਸਿਧਰੀ, ਦੁਸ਼ਟ ਦੂਤ ਸਜਨਈ। ਜੋ ਕਿਰਪਾ ਗੋਬਿੰਦ ਭਈ, ਜਦੋਂ ਉਹ ਵਾਹਿਗੁਰੂ ਪਰਮੇਸ਼ਰ ਦੀ ਕਿਰਪਾ ਹੋ ਗਈ, ਤੇ ਗੁਰੂ ਪਿਆਰਿਓ ਸਤਿਗੁਰ ਸੱਚੇ ਪਾਤਸ਼ਾਹ ਤਾਂ ਕਹਿੰਦੇ ਜੇ ਤੇਰੀ ਮੱਤ ਵੀ ਮੈਲੀ ਹੋ ਗਈ, ਭਰੀ ਹੈ ਮੱਤ ਪਾਪਾਂ ਕੈ ਸੰਗ, ਗੁਰੂ ਚਰਨਾਂ ਵਿੱਚ ਆ ਪ੍ਰੇਮ ਦੇ ਨਾਲ ਮੱਥਾ ਟੇਕ, ਤੇ ਕਹਿੰਦੇ ਉਹ ਧੁੱਪ ਹੈ ਨਾਵੈ ਕੈ ਰੰਗ। ਤੇ ਉਧਰ ਸਤਿਗੁਰ ਸੱਚੇ ਪਾਤਸ਼ਾਹ ਕਹਿੰਦੇ ਮਲੀਨ ਬੁੱਧ ਹਛਨਈ। ਮਲੀਨ ਬੁੱਧੀ ਹੈ ਜਿਹੜੀ ਹੱਛੀ ਹੋ ਜਾਏਗੀ, ਸੁਥਰੀ ਹੋ ਜਾਏਗੀ, ਸਾਫ਼ ਹੋ ਜਾਏਗੀ। ਜੋ ਕਿਰਪਾ ਗੋਬਿੰਦ ਭਈ, ਜਦੋਂ ਉਹ ਵਾਹਿਗੁਰੂ ਪਰਮੇਸ਼ਰ ਦੀ ਕਿਰਪਾ ਹੋ ਗਈ ਤੇਰੇ ਦੇ ਉੱਤੇ। ਤੇ ਇਸੇ ਤਰ੍ਹਾਂ ਹੀ ਗੁਰਮੁਖ ਪਿਆਰੋ ਇੱਕ ਇਤਿਹਾਸਕ ਪ੍ਰਮਾਣ ਲੈ ਕੇ ਆਪਾਂ ਇਸ ਗੱਲ ਨੂੰ ਸਮਝਣ ਦਾ ਯਤਨ ਕਰਦੇ ਹਾਂ। ਧੰਨ ਗੁਰੂ ਰਾਮਦਾਸ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ
ਧੰਨ ਧੰਨ ਰਾਮਦਾਸ ਗੁਰ ਜਿਨ ਸਿਰਿਆ ਤਿਨੈ ਸਵਾਰਿਆ। ਸੋਢੀ ਸੁਲਤਾਨ ਸਤਿਗੁਰੂ ਸੱਚੇ ਪਾਤਸ਼ਾਹ ਚੌਥੇ ਪਾਤਸ਼ਾਹ ਧੰਨ ਗੁਰੂ ਰਾਮਦਾਸ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਸ਼੍ਰੀ ਅੰਮ੍ਰਿਤਸਰ ਸਾਹਿਬ ਦੀ ਧਰਤੀ ਦੇ ਉੱਤੇ ਤਾਲ ਦੀ ਖੁਦਾਈ ਦੀ ਸੇਵਾ ਕਰਵਾ ਰਹੇ ਆ, ਜਿਹਨੂੰ ਅੱਜ ਆਪਾਂ ਅੰਮ੍ਰਿਤਸਰ ਜਾਂ ਅੰਮ੍ਰਿਤ ਸਰੋਵਰ ਕਹਿੰਦੇ ਆ। ਇਸ ਪਵਿੱਤਰ ਸਰੋਵਰ ਦੀ ਕਾਰ ਸੇਵਾ ਚੱਲ ਰਹੀ ਹੈ ਤੇ ਗੁਰਮੁਖ ਪਿਆਰਿਓ, ਬਹੁਤ ਸੰਗਤਾਂ ਗੁਰੂ ਚਰਨਾਂ ਵਿੱਚ ਆ ਕੇ ਸੇਵਾ ਵਿੱਚ ਹਾਜ਼ਰ ਹੁੰਦੀਆਂ। ਬੇਅੰਤ ਸੰਗਤਾਂ ਆ ਕੇ ਮਾਇਆ ਧਨ ਇਤਿਆਦਿਕ ਭੇਟਾ ਕਰਦੀਆਂ, ਕਿਉਂਕਿ ਗੁਰੂ ਘਰਾਂ ਦੀ ਹਰ ਧਾਰਮਿਕ ਅਸਥਾਨ ਦੀ ਜਿਹੜੀ ਕਾਰ ਸੇਵਾ ਹੈ ਉਹ ਸੰਗਤਾਂ ਦੀ ਡੋਨੇਸ਼ਨ ਦੇ ਨਾਲ, ਸੰਗਤਾਂ ਦੀ ਦਸਵੰਧ ਮਾਇਆ ਦੇ ਨਾਲ ਚੱਲਦੀ ਹੈ। ਉੱਥੇ ਰਹਿਣ ਵਾਲੇ ਸੇਵਾਦਾਰਾਂ ਦੇ ਖਰਚੇ ਹੈ, ਗ੍ਰੰਥੀ ਪਾਠੀ ਰਾਗੀ ਕਥਾਵਾਚਕਾਂ ਸਿੰਘਾਂ ਦੇ ਉਹਨਾਂ ਦੇ ਖਰਚੇ ਹੈ, ਤੇ ਉਹ ਸਭ ਕੁਝ ਸੰਗਤਾਂ ਦੇ ਸਹਿਯੋਗ ਦੇ ਨਾਲ ਹੀ ਹੁੰਦਾ ਨਾ ਗੁਰੂ ਪਿਆਰਿਓ। ਕਿਉਂਕਿ ਵਿੱਚ ਸੰਗਤ ਹਰ ਪ੍ਰਭ ਵਸੈ ਜੀ, ਉਹ ਸੰਗਤ ਵਿੱਚ ਆਪ ਵਰਤ ਕੇ ਪ੍ਰੇਰਨਾ ਕਰਕੇ ਗੁਰੂ ਸੰਗਤ ਦੇ ਪਾਸੋਂ ਇਹ ਸੇਵਾ ਲੈਂਦਾ ਹੈ। ਤੇ ਮਤਾ ਸਮਝੀਏ ਕਿ ਅਸੀਂ ਆਪਣੇ ਕੋਲੋਂ ਕੁਝ ਦੇ ਰਹੇ ਹਾਂ, ਨਹੀਂ, ਉਹ ਵਾਹਿਗੁਰੂ ਪਰਮੇਸ਼ਰ ਨੇ ਜਿਹੜੀਆਂ ਦਾਤਾਂ ਦਿੱਤੀਆਂ ਨਾ ਸਾਨੂੰ, ਉਹਦੇ ਵਿੱਚੋਂ ਅਸੀਂ ਕੁਝ ਕੁ ਹਿੱਸਾ ਉਹਦੇ ਚਰਨਾਂ ਵਿੱਚ ਆ ਕੇ ਅਰਪਣ ਕਰਦੇ ਹਾਂ। ਤੇ ਜਦੋਂ ਅਰਪਣ ਕਰਨ ਲੱਗ ਪਈਏ ਤੇ ਗੁਰਮੁਖੋ ਫਿਰ ਸਾਡੀ ਕਮਾਈ ਵਿੱਚ ਬਰਕਤ ਕਿਵੇਂ ਪੈਂਦੀ ਹੈ, ਮੈਂ ਇਹ ਅਰਜ਼ ਕਰ ਰਿਹਾ। ਝੰਗ ਦੇ ਇਲਾਕੇ ਦਾ, ਜੇਹਲਮ ਦੇ ਇਲਾਕੇ ਦਾ ਰਹਿਣ ਵਾਲਾ ਇੱਕ ਸਿੱਖ ਭਾਈ ਸੋਮਾ, ਉਹਨੂੰ ਕਿਸੇ ਨੇ ਪ੍ਰੇਰਨਾ ਕੀਤੀ ਕਿ ਤੂੰ ਐਵੇਂ ਇੱਥੇ ਨੰਗ ਭੁੱਖ ਦੇ ਨਾਲ ਘੁਲ ਰਿਹਾ, ਜਾ ਗੁਰੂ ਰਾਮਦਾਸ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਜਾ। ਉਹ ਗੁਰੂ ਰਾਮਦਾਸ ਸਾਹਿਬ ਮਹਾਰਾਜ ਜਿਨ੍ਹਾਂ ਨੂੰ ਸਿੱਖੀ ਅਤੇ ਸੰਗਤੀ ਪਾਰ ਬ੍ਰਹਮ ਕਰ ਨਮਸਕਾਰਿਆ। ਸਿੱਖਾਂ ਨੇ, ਸੰਗਤਾਂ ਨੇ ਜਿਨ੍ਹਾਂ ਨੂੰ ਪਾਰ ਬ੍ਰਹਮ ਪਰਮੇਸ਼ਰ ਦਾ ਸਰੂਪ ਕਰਕੇ, ਸਰੂਪ ਜਾਣ ਕਰਕੇ ਨਮਸਕਾਰ ਕੀਤੀ ਹੈ। ਉਹ ਪਰਮੇਸ਼ਰ ਆਪ ਧਰਤੀ ਦੇ ਉੱਤੇ ਆਇਆ ਤੇ ਅੰਮ੍ਰਿਤਸਰ ਦੀ ਧਰਤੀ ਦੇ ਉੱਤੇ ਉਹ ਜੋਤ ਜਗ ਰਹੀ ਹੈ। ਅੰਮ੍ਰਿਤਸਰ ਵਿੱਚ ਜੋਤ ਜਗਾਵੇ ਤੇ ਉਸ ਜੋਤ ਦੇ ਜਾ ਕੇ ਨੂਰਾਨੀ ਚਿਹਰੇ ਦੇ ਦਰਸ਼ਨ ਕਰ ਲੈ। ਉਹਨਾਂ ਦੇ ਦੀਦਾਰਿਆਂ ਦੇ ਨਾਲ ਤੇਰੀ ਕਾਇਆ ਪਲਟ ਜਾਵੇਗੀ, ਤੇਰੀ ਕਿਸਮਤ ਬਦਲ ਜਾਵੇਗੀ। ਪ੍ਰੇਰਨਾ ਕੀਤਾ ਹੋਇਆ ਇਹ ਭਾਈ ਸੋਮਾ ਸਤਿਗੁਰ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਪਹੁੰਚ ਗਿਆ, ਜਿੱਥੇ ਸਰੋਵਰ ਦੀ ਕਾਰ ਸੇਵਾ ਚੱਲ ਰਹੀ ਸੀ। ਪ੍ਰਤੱਖ ਦੇ ਪਾਰ ਬ੍ਰਹਮ ਸੁਆਮੀ ਆਦ ਰੂਪ ਪੋਖਣ ਭਰਣਨ। ਸੋ ਜਿਹੜਾ ਇਹ ਸਤਿਗੁਰ ਸੱਚੇ ਪਾਤਸ਼ਾਹ ਨਾ ਗੁਰੂ ਰਾਮਦਾਸ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ, ਉਹਨਾਂ ਦਾ ਦਰ ਕੈਸਾ ਹੈ ਕਿ ਉਹ ਖਾਲੀਆਂ ਨੂੰ ਭਰਨ ਵਾਲਾ ਹੈ। ਤੇ ਗੁਰੂ ਪਿਆਰਿਓ, ਭਾਈ ਸੋਮਾ ਇਹ ਪਹੁੰਚ ਗਿਆ। ਇਹਨੇ ਆਪਣੀ ਛੋਟੀ ਜੀ ਛਾਬੜੀ, ਛੋਟੀ ਜੀ ਦੁਕਾਨ, ਕੋਈ ਰੇਹੜੀ ਫੜੀ ਲਾ ਲਈ ਸਾਈਡ ਦੇ ਉੱਤੇ, ਜਿੱਥੇ ਸੰਗਤਾਂ ਸੇਵਾ ਕਰ ਰਹੀਆਂ ਸਨ। ਤੇ ਸੰਗਤ ਜਿਹੜੀ ਆ ਰਹੀ ਸੀ ਉਹਨਾਂ ਨੇ ਕੁਝ ਖਰੀਦੋ ਫਰੋਖਤ ਕੀਤੀ। ਸ਼ਾਮ ਤੱਕ ਕਹਿੰਦੇ ਨੇ ਕਿ 2 ਰੁਪਏ ਇਹਦੇ ਕੋਲੇ ਵਟਤ ਹੋ ਗਈ। 2 ਰੁਪਏ ਇਹਨੇ ਲਾਹਾ ਲਿਆ, ਨਫਾ ਇਹਨੂੰ ਮਿਲਿਆ। 2 ਰੁਪਏ ਇਹਨੇ ਜਿਹੜੇ ਲਾਹਾ ਲਿਆ ਸੀ, ਖੱਟੀ ਕਮਾਈ ਕੀਤੀ ਸ਼ਾਮ ਤੱਕ। ਤੇ ਉਧਰੋਂ ਸਤਿਗੁਰੂ ਰਾਮਦਾਸ ਸਾਹਿਬ ਮਹਾਰਾਜ ਉੱਥੋਂ ਵਿਚਰ ਰਹੇ ਆ, ਇਹਦੇ ਕੋਲੋਂ ਲੰਘਣ ਲੱਗੇ। ਕਹਿਣ ਲੱਗੇ, ਭਾਈ ਤੂੰ ਕੌਣ ਹੈ? ਕਹਿੰਦਾ ਜੀ ਮੈਂ ਸੋਮਾ। ਤੇ ਕਹਿੰਦੇ ਕੀ ਕਰਦਾ? ਕਹਿੰਦਾ ਮਹਾਰਾਜ ਇੱਥੇ ਛਾਬੜੀ ਲਾਈ ਸੀ ਮੈਂ ਆਪਣੀ। ਤੇ ਕਹਿੰਦੇ ਅੱਜ ਕੀ ਕਮਾਇਆ? ਕਹਿੰਦਾ ਜੀ 2 ਰੁਪਏ ਬਚਤ ਹੋਈ ਹੈ, 2 ਰੁਪਏ ਨਫਾ ਹੋਇਆ। ਗੁਰੂ ਪਾਤਸ਼ਾਹ ਕਹਿੰਦੇ ਲਿਆ ਭਾਈ, ਜਿਹੜੀ ਬਚਤ ਹੋਈ ਆ ਉਹ ਸਾਨੂੰ ਦੇ ਦੇ, ਕਿਉਂਕਿ ਕਾਰ ਸੇਵਾ ਚੱਲ ਰਹੀ ਆ, ਖਰਚੇ ਬੜੇ ਐ, ਤੇ ਇਸ ਕਰਕੇ ਉਹ ਤੇਰੀ ਮਾਇਆ ਸਫਲੀ ਹੋਏਗੀ। ਤੇਰੀ ਕਮਾਈ ਵਿੱਚ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਬਰਕਤ ਪਾਉਣਗੇ। ਗੁਰੂ ਨੇ ਬਚਨ ਕਰ ਦਿੱਤੇ। ਭਾਈ ਸੋਮੇ ਨੇ ਮਨ ਵਿੱਚ ਸੋਚਿਆ ਵੀ ਮਸਾਂ ਹੀ 2 ਰੁਪਏ ਅੱਜ ਕਮਾਏ ਸੀ ਤੇ ਉਹ ਵੀ ਗੁਰੂ ਲੈ ਗਿਆ। ਕਿਉਂਕਿ ਜਦੋਂ ਭਾਵਨਾ ਪੂਰੀ ਨਾ ਹੋਵੇ ਨਾ, ਕਿਉਂਕਿ ਪਹਿਲਾਂ ਦਾ ਸਿੱਖ ਤਾਂ ਹੈ ਨਹੀਂ ਸੀ, ਪ੍ਰੇਰਨਾ ਕੀਤਾ ਹੋਇਆ ਸਿੱਖਾਂ ਦਾ ਇੱਥੇ ਪਹੁੰਚਿਆ ਸੀ। ਮਨ ਦੇ ਵਿੱਚ ਕਈ ਤਰ੍ਹਾਂ ਦੇ ਰਾਤ ਨੂੰ ਵਿਚਾਰ ਚੱਲੇ ਹੋਣਗੇ ਵੀ 2 ਰੁਪਏ ਵੱਟੇ ਸੀ, ਪਤਾ ਨਹੀਂ। ਦੇਖੋ ਮਨ ਸਾਡਾ ਇਹ ਮਨੁੱਖੀ ਮਨ ਹੈ। ਜਦੋਂ ਸਾਡੇ ਕੋਲ 1 ਰੁਪਈਆ ਵੀ ਖੁੱਸ ਜਾਵੇ ਨਾ, ਤੇ ਉਹ ਆਪਾਂ ਬੜੀਆਂ ਗੱਟੀਆਂ ਮਨ ਦੇ ਵਿੱਚ ਗਿਣਤੀਆਂ ਗਿਣਦੇ ਆ ਵੀ ਜੇ ਆਹ ਕਰ ਲੈਂਦੇ ਤਾਂ ਆਹ ਬਚ ਜਾਂਦਾ, ਤਾਂ ਆਹ ਕਰ ਲੈਂਦੇ ਆਪਾਂ, ਇਹਦਾ ਆਪਾਂ ਇੱਥੇ ਉਪਯੋਗ ਇੱਥੇ ਵਰਤੋਂ ਕਰਕੇ ਆਪਾਂ ਇੰਨਾ ਕਮਾ ਲੈਣਾ ਸੀ। ਈਵਨ ਆਪਾਂ ਜੇ ਗੁਰੂ ਚਰਨਾਂ ਵਿੱਚ ਵੀ ਦੇ ਦਈਏ ਨਾ, ਗੁਰਦੁਆਰੇ ਆਉਂਦਾ ਹੋਵੇ ਗੁਰੂ ਕਾ ਸਿੱਖ, ਤੇ ਰਾਹ ਦੇ ਵਿੱਚ ਕੋਈ ਆਮ ਮਨੁੱਖ, ਗੁਰੂ ਕਾ ਭਾਵਨਾ ਵਾਲੇ ਸਿੱਖ ਦੀ ਗੱਲ ਨਹੀਂ ਕਰਦਾ, ਜਿਹੜਾ ਸਿਰਫ
ਆਪਣੇ ਕੰਮ ਤੱਕ ਮਤਲਬ ਰੱਖਣ ਵਾਲਾ, ਗੁਰੂ ਤੱਕ ਮਤਲਬ ਰੱਖਣ ਵਾਲਾ ਹੈ, ਗੁਰਦੁਆਰੇ ਆਉਂਦਾ ਹੋਵੇ, ਜੇਬ ਦੇ ਵਿੱਚ 100 ਰੁਪਈਆ ਤੇ ਉਹਦੇ ਵਿੱਚੋਂ 10 ਗੁਰੂ ਦੀ ਗੋਲਕ ਵਿੱਚ ਪਾ ਕੇ ਚਲਿਆ ਜਾਵੇ ਤੇ ਕਹੇਗਾ 10 ਤਾਂ ਮੇਰੇ ਗਏ, ਬਸ 90 ਕੋਲੇ ਰਹਿ ਗਏ। ਜਿਹੜੇ ਸਿਰਫ ਵਪਾਰੀ ਬਿਰਤੀ ਨਾਲ ਕਰਦੇ ਆ ਉਹਨਾਂ ਦੀ ਗੱਲ ਕਰ ਰਿਹਾ ਵੀ 10 ਗਏ 90 ਰਹਿ ਗਏ। ਉਹ ਗੁਰਮੁਖ ਪਿਆਰਿਆ, ਜਿਹੜੇ 10 ਗਏ ਉਹ ਤਾਂ ਤੇਰੇ ਜਮ੍ਹਾਂ ਹੋ ਗਏ ਦਹਿ ਦੁਨੀਆ ਤੇ 70 ਆਖਰ ਤੈਨੂੰ ਮਿਲਣਾ। ਉਹ ਬਰਕਤ ਪਾਉਣੀ ਹੈ ਪਰਮੇਸ਼ਰ ਨੇ ਤੇਰੀ ਕਮਾਈ ਵਿੱਚ। ਤੇ ਜਿਹੜੇ ਤੇਰੀ ਜੇਬ ਵਿੱਚ ਹੈ ਇਹਨਾਂ ਦਾ ਪਤਾ ਕੋਈ ਨਹੀਂ ਵੀ ਰਾਹ ਜਾਂਦਿਆਂ ਡਿੱਗ ਪੈਣ, ਪਤਾ ਨਹੀਂ ਕਿਹੜੇ ਮਾੜੇ ਕੰਮ ਤੇ ਖਰਚ ਹੋ ਜਾਣ, ਤੈਨੂੰ ਸ਼ਰਾਬ ਦੇ ਠੇਕੇ ਵਾਲੀ ਖਿੱਚ ਕੇ ਲੈ ਜਾਣ, ਕਿੱਥੇ ਲੱਗ ਜਾਣ, ਇਹਨਾਂ ਦਾ ਕੋਈ ਪਤਾ ਨਹੀਂ। ਇਹ ਗਏ ਆ ਜਿਹੜੇ 90 ਹੈ ਤੇਰੇ ਕੋਲੇ। ਜਿਹੜੇ 10 ਕੋਈ ਬੈਂਕ ਵਿੱਚ ਜਮ੍ਹਾਂ ਕਰਾ ਕੇ ਇਹ ਸੋਚੇ ਕਿ ਇਹ ਤਾਂ ਮੇਰੇ ਗਏ, ਉਹ ਗਏ ਨਹੀਂ ਹੁੰਦੇ ਗੁਰਮੁਖ, ਉਹ ਤਾਂ ਵਿਆਜ ਸਮੇਤ ਮਿਲਦੇ ਆ। ਐਵੇਂ ਗੁਰੂ ਚਰਨਾਂ ਵਿੱਚ ਜਿਹੜੇ ਤੂੰ ਭੇਟਾ ਕਰ ਦਿੱਤੇ ਉਹ ਤੈਨੂੰ ਦਹਿ ਦੁਨੀਆ ਤੇ 70 ਆਖਰ ਮਿਲਣੇ ਆ। ਦੁਨੀਆ ਵਿੱਚ 10 ਗੁਣਾ ਫਲਣੇ ਆ ਤੇ 70 ਗੁਣਾ ਤੈਨੂੰ ਉਹਨਾਂ ਦਾ ਹੋਰ ਫਲ ਪ੍ਰਾਪਤ ਹੋਵੇਗਾ। ਤੇ ਇਹ ਮਨ ਵਿੱਚ ਸੋਮੇ ਨੇ ਵੀ ਸੋਚਿਆ ਕਿ 2 ਰੁਪਈਏ ਵੱਟੇ ਸੀ ਉਹ ਚਲੇ ਗਏ, ਚਲੋ ਕੋਈ ਨਹੀਂ। ਕਹਿੰਦਾ ਇਹਨਾਂ ਦੀ ਜਗ੍ਹਾ ਤੇ ਬੈਠਾ, ਇਹਨਾਂ ਦੇ ਸਥਾਨ ਤੇ ਆ ਕੇ ਬੈਠਾ, ਕਿਰਾਇਆ ਹੀ ਸਮਝ ਲਓ ਵੀ ਕਿਰਾਇਆ ਹੀ ਦੇ ਦਿੱਤਾ, ਚਲੋ ਮੈਂ ਇਹਨਾਂ ਦੇ ਇੱਥੇ ਰੇਹੜੀ ਛਾਬੜੀ ਲਾਉਣ ਦਾ। ਦੂਜੇ ਦਿਨ ਫਿਰ ਆਇਆ, ਕੁਝ ਖਰੀਦੋ ਫਰੋਖਤ ਕਰਕੇ ਲਿਆਇਆ, ਮਹਿੰਗੇ ਮੁੱਲ ਵਿੱਚ ਵੇਚਿਆ, ਥੋੜ੍ਹੇ ਜਿਹੇ ਹੋਰ 2-3 ਰੁਪਈਏ ਬਣ ਗਏ ਹੋਣਗੇ। ਗੁਰੂ ਰਾਮਦਾਸ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਫਿਰ ਸ਼ਾਮ ਨੂੰ ਉੱਥੋਂ ਲੰਘੇ। ਕਹਿੰਦੇ ਭਾਈ ਸੋਮੇ ਕੀ ਹਾਲ ਹੈ? ਕਹਿੰਦਾ ਮਹਾਰਾਜ ਸਮਝ ਗਿਆ ਵੀ ਮਹਾਰਾਜ ਸੱਚੇ ਪਾਤਸ਼ਾਹ ਭੇਟਾ ਲੈਣ ਦੇ ਨਹੀਂ ਪੁੱਛ। ਕਹਿੰਦੇ ਅੱਜ ਤਾਂ ਜੀ 3 ਰੁਪਈਏ ਵੱਟੇ ਆ। ਕਹਿੰਦੇ ਲਿਆ ਫਿਰ ਲਾ ਦੇ ਸੇਵਾ ਵਿੱਚ, ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਬਰਕਤ ਪਾਉਣਗੇ। ਇਉਂ ਕਈ ਦਿਨ ਲੰਘ ਗਏ, ਇਸੇ ਤਰ੍ਹਾਂ ਵਰਤਾਰਾ ਵਰਤਦਾ ਰਿਹਾ। ਸੋਚਦਾ ਵੀ ਜਿੰਨੀ ਕੁ ਪੂੰਜੀ ਲੈ ਕੇ ਆਇਆ ਸੀ ਉਨੀ ਕੁ ਰਹਿ ਗਈ ਹੈ। ਇੱਕ ਦਿਨ ਭਾਵਨਾ ਮਨ ਵਿੱਚ ਬਣੀ, ਸਤਿਗੁਰ ਸੱਚੇ ਪਾਤਸ਼ਾਹ ਲੰਘਣ ਲੱਗੇ ਤੇ ਉਹਨਾਂ ਦੇ ਚਰਨਾਂ ਦੇ ਉੱਤੇ ਸ਼ਰਧਾ ਨਾਲ ਮਸਤਕ ਟੇਕ ਦਿੱਤਾ। ਕਿਉਂਕਿ ਕਈ ਵਾਰ ਚੀਜ਼ਾਂ ਹੁੰਦੀਆਂ ਆਪਾਂ ਸ਼ਰਧਾ ਨਾਲ ਕਰਦੇ ਹਾਂ, ਕਈ ਬੱਧਾ ਅਰੁੱਧੀ ਮਜਬੂਰੀ ਵਿੱਚ ਵੀ ਇਹ ਤਾਂ ਕਰਨਾ ਹੀ ਪੈਣਾ ਹੈ, ਵੀ ਕੋਈ ਵੱਡਾ ਬੰਦਾ ਲੰਘ ਰਿਹਾ ਕੋਲੇ ਉਹਨੂੰ ਬੁਲਾਉਣਾ ਹੀ ਪੈਣਾ ਹੈ। ਤੇ ਇੱਕ ਹੁੰਦੀ ਹੈ ਭਾਵਨਾ, ਆਪਾਂ ਦੂਰੋਂ ਵੀ ਭੱਜ ਕੇ ਆਉਂਦੇ ਹਾਂ। ਗੁਰੂ ਸਾਹਿਬ ਆਏ, ਦੂਰੋਂ ਭੱਜ ਕੇ ਆਇਆ। ਜਿਉਂ ਹੀ ਗੁਰੂ ਚਰਨਾਂ ਦੀ ਛੋਹ ਪ੍ਰਾਪਤ ਹੋ ਗਈ, ਕਿਸਮਤ ਬਦਲ ਗਈ, ਗੁਰੂ ਕਾ ਪ੍ਰੇਮੀ ਸਿੱਖ ਬਣ ਗਿਆ। ਬੋਲੋ ਸਤਨਾਮ ਸ਼੍ਰੀ ਵਾਹਿਗੁਰੂ। ਅਪੁਸ਼ਟ ਬਾਤ ਤੇ ਭਈ ਸਿੱਧਰੀ, ਹੁਣ ਪੁੱਠੀ ਗੱਲ ਤੋਂ ਸਿੱਧੀ ਹੋਣ ਲੱਗੀ ਹੈ। ਕਿਵੇਂ ਸਿੱਧੀ ਹੋਈ? ਗੁਰੂ ਚਰਨਾਂ ਦਾ ਪਿਆਰ ਮਨ ਦੇ ਵਿੱਚ ਜਾਗਿਆ, ਗੁਰਦਰਬਾਰ ਲੱਗਿਆ ਹੋਇਆ ਸੰਗਤ ਦੇ ਵਿੱਚ। ਉਸ ਤੋਂ ਬਾਅਦ ਸਤਿਗੁਰ ਸੱਚੇ ਪਾਤਸ਼ਾਹ ਨੇ ਭੇਟਾ ਲੈਣੀ ਬੰਦ ਕਰ ਦਿੱਤੀ। ਤੇ ਇੱਕ ਦਿਨ ਗੁਰਦਰਬਾਰ ਸਜਿਆ ਹੋਇਆ, ਸਤਿਗੁਰ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਇੱਕ ਫਕੀਰ ਪਹੁੰਚਿਆ। ਕਹਿੰਦਾ ਮਹਾਰਾਜ ਸੱਚੇ ਪਾਤਸ਼ਾਹ ਤੁਹਾਡੇ ਦਰ ਦੇ ਉੱਤੇ ਆਇਆ, ਕੁਝ ਦੇ ਦਿਓ। ਉਸ ਵੇਲੇ ਨਾ ਇਤਿਹਾਸਕਾਰ ਕਹਿੰਦੇ ਨੇ ਸਤਿਗੁਰ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਕੋਈ ਭੇਟਾ ਕੋਲ ਨਹੀਂ ਪਈ ਸੀ। ਸਤਿਗੁਰਾਂ ਨੇ ਸਹਿਜੇ ਹੁਕਮ ਕਰ ਦਿੱਤਾ। ਹੁਕਮ ਕੀ ਕੀਤਾ? ਸਤਿਗੁਰ ਸੱਚੇ ਪਾਤਸ਼ਾਹ ਪਾਤਸ਼ਾਹੀ ਬਖਸ਼ਣ ਲੱਗੇ ਹੈ, ਸ਼ਾਹੂਕਾਰਾ ਬਖਸ਼ਣ ਲੱਗੇ ਹੈ, ਕਿਰਪਾ ਕਰਨ ਲੱਗੇ ਹੈ। ਕਿਉਂਕਿ ਗੁਰੂ ਚਰਨਾਂ ਵਿੱਚ ਕਦੇ ਮਾਇਆ ਖਤਮ ਹੋ ਸਕਦੀ ਹੈ? ਇਹ ਤਾਂ ਗੁਰੂ ਚਰਨਾਂ ਦੇ ਦਾਸੀ ਹੈ ਲక్ష్ਮੀ। ਤਾਂ ਇਹ ਤਾਂ ਸਤਿਗੁਰੂ ਨੇ ਕੌਤਕ ਵਰਤਾਉਣਾ ਸੀ। ਕਹਿੰਦੇ ਭਾਈ ਕਿਸੇ ਸਿੱਖ ਦੇ ਕੋਲ ਕੋਈ ਕੁਝ ਮਾਇਆ ਹੈ ਤਾਂ ਆ ਦਿਓ, ਆ ਫਕੀਰ ਨੂੰ ਦੇਣੀ ਹੈ। ਤੇ ਭਾਈ ਸੋਮੇ ਸ਼ਾਹ ਉਸ ਵੇਲੇ ਬੈਠਾ ਸੀ, ਮਨ ਵਿੱਚ ਸ਼ਰਧਾ ਜਾਗੀ। 2 ਰੁਪਈਏ ਸਨ ਕੋਲ, ਲਿਆ ਕੇ ਸਤਿਗੁਰੂ ਜੀ ਦੇ ਚਰਨਾਂ ਵਿੱਚ ਰੱਖ ਦਿੱਤੇ। ਆਹ ਲਓ ਮਹਾਰਾਜ ਸੱਚੇ ਪਾਤਸ਼ਾਹ, ਜਿਵੇਂ ਚਾਹੋ ਆਪ ਜੀ ਉਪਯੋਗ ਕਰ ਲਓ। ਸਤਿਗੁਰ ਸੱਚੇ ਪਾਤਸ਼ਾਹ ਨੇ ਉਹ 2 ਰੁਪਈਏ ਫੜੇ, ਫਕੀਰ ਨੂੰ ਦਿੱਤੇ। ਕਹਿੰਦੇ ਲੈ ਭਾਈ ਜਾ। ਤੇ ਨਾਲ ਹੀ ਬਚਨ ਕੀਤਾ ਭਾਈ ਸੋਮੇ ਨੂੰ। ਕਹਿੰਦੇ ਭਾਈ ਇਹ ਜਿਹੜਾ ਸੋਮਾ ਸਿੱਖ ਆ ਨਾ, ਇਹ ਸਿਰਫ ਸਾਡਾ ਸਿੱਖ ਨਹੀਂ, ਇਹ ਤੇ ਸਾਡਾ ਸ਼ਾਹ ਹੈ, ਸ਼ਾਹੂਕਾਰ ਹੈ। ਜਦੋਂ ਸਾਨੂੰ ਖਜ਼ਾਨੇ ਦੀ ਲੋੜ ਪਈ ਤੇ ਵੇਖੋ ਸ਼ਾਹੂਕਾਰਾਂ ਤੋਂ ਆਪਾਂ ਮੰਗ ਲੈਂਦੇ ਆ ਨਾ। ਕਹਿੰਦੇ ਮੇਰਾ ਸ਼ਾਹੂਕਾਰ ਹੈ ਤੇ ਇਹਦੇ ਤੋਂ ਮੈਂ ਮੰਗ ਲਈ। ਤੇ ਉਸ ਦਿਨ ਤੋਂ ਬਾਅਦ ਇੰਨੀ ਬਰਕਤ ਉਹ ਗੁਰੂ ਕੇ ਸਿੱਖ ਸੋਮੇ ਦੀ ਕਮਾਈ ਵਿੱਚ ਪਈ। ਸੱਚਮੁੱਚ ਗੁਰੂ ਕਾ ਸਿੱਖ ਭਾਈ ਸੋਮਾ ਸੋਮਾ ਸ਼ਾਹ ਬਣ ਗਿਆ, ਸ਼ਾਹੂਕਾਰ ਬਣ ਗਿਆ। ਤੇ ਅੱਜ ਵੀ ਗੁਰਮੁਖ ਪਿਆਰਿਓ ਉਹਨਾਂ ਦੀ ਅੰਸ਼ ਵੰਸ਼ ਪਾਕਿਸਤਾਨ ਦੇ ਵਿੱਚ ਉਹ ਗੁਰਮੁਖ ਪਿਆਰੇ ਰਹਿੰਦੇ। ਤੇ ਉਹਨਾਂ ਦੀ ਅੰਸ਼ ਵੰਸ਼ ਦੇ ਵਿੱਚੋਂ ਅੱਗੇ ਭਾਈ ਰਾਮ ਸ਼ਾਹ ਵੀ ਹੋਏ ਹੈ। ਤੇ ਇਸੇ ਤਰ੍ਹਾਂ 10ਵੇਂ ਪਾਤਸ਼ਾਹ ਵੇਲੇ ਵੀ ਉਹਨਾਂ ਦੀ ਸੰਤਾਨ ਅਗਾਹ ਪੀੜ੍ਹੀ ਦਰ ਪੀੜ੍ਹੀ ਉਹ ਗੁਰੂ ਕੇ ਸਿੱਖ ਬਣੇ। ਅੱਜ ਵੀ ਉਹ ਕੋਈ ਸਹਿਜਧਾਰੀ ਸਿੱਖ, ਕੋਈ ਅੰਮ੍ਰਿਤਧਾਰੀ ਸਿੱਖ ਨੇ। ਤੇ ਬੜਾ ਸ਼ਾਹੂਕਾਰਾ ਉਹਨਾਂ ਦਾ ਚੱਲਦਾ ਹੈ, ਕਿਉਂਕਿ ਗੁਰੂ ਵਿੱਚ ਸਮਰੱਥਾ ਨਾ, ਜਿਹੜਾ ਗੁਰੂ ਆਪ ਸਿਰ ਸਾਹਾਂ ਦਾ ਸਾਹ ਹੈ।
ਤੇ ਉਹਨੂੰ ਸ਼ਾਹੂਕਾਰ ਬਣਾਉਣੇ ਕਿੰਨੇ ਕੁ ਮੁਸ਼ਕਲ ਹੈ। ਉਹਨਾਂ ਨੇ ਤਾਂ ਇੱਕ ਵਚਨ ਹੀ ਕਰਨਾ ਹੈ। ਸੋ ਐਸਾ ਵਚਨ ਕੀਤਾ ਕਿ ਉਹ ਭਾਈ ਸੋਮਾ ਜਿਹੜਾ ਸੋਮਾ ਸ਼ਾਹ ਬਣ ਗਿਆ, ਕਿਉਂਕਿ ਗੁਰੂ ਵਿੱਚ ਇਹ ਸਮਰੱਥਾ ਹੈ। ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਸੁਲਤਾਨਪੁਰ ਦੀ ਧਰਤੀ ਦੇ ਉੱਤੇ 13-13 ਤੋਲੀ ਜਾ ਰਹੇ ਆ, ਤੇ ਕਿਸੇ ਪ੍ਰੇਮੀ ਸਿੱਖ ਨੇ ਆ ਕੇ ਹੱਥ ਫੜ ਕੇ ਆਖਿਆ, ਐ ਦੁਨੀਆ ਦੇ ਮਾਲਕਾ, ਐ ਮੇਰੇ ਗਰੀਬ ਨਵਾਜ਼ ਸੱਚੇ ਪਾਤਸ਼ਾਹ ਗੁਰੂ ਨਾਨਕ ਦੇਵ ਮਹਾਰਾਜ ਮੋਦੀ ਜੀਓ, ਤੁਸੀਂ 13-13 ਤੋਲੀ ਜਾਂਦੇ ਹੋ, ਘਾਟਾ ਪੈ ਜਾਣਾ ਇੱਥੇ, ਸਭ ਨੂੰ 13-13 ਕਹਿ ਕੇ ਚੁਕਾਈ ਜਾਂਦੇ ਹੋ। ਤੇ ਸਤਿਗੁਰੂ ਬਾਬਾ ਜੀ ਨੇ ਬਚਨ ਪਤਾ ਕੀ ਕੀਤੇ ਸੀ? ਕਹਿੰਦੇ ਭਾਈ ਜਿੱਥੇ 13-13 ਹੋਵੇ ਉੱਥੇ ਕਦੇ ਘਾਟਾ ਨਹੀਂ ਪੈ ਸਕਦਾ, ਜਿੱਥੇ ਮੇਰਾ ਮੇਰਾ ਹੋਵੇ ਉੱਥੇ ਕਦੇ ਵਾਧਾ ਹੀ ਨਹੀਂ ਹੋ ਸਕਦਾ। ਇਸ ਕਰਕੇ ਭਾਈ 13-13 ਕਹਿਣ ਨਾਲ ਕਦੇ ਘਾਟਾ ਨਹੀਂ, 13-13 ਕਹਿ ਕੇ ਗੁਰੂ ਨੂੰ ਅਰਪਣ ਕਰੀਏ, 13-13 ਕਹਿ ਕੇ ਲੋੜਵੰਦਾਂ ਦੀ ਸਹਾਇਤਾ ਕਰੀਏ, ਤੇ ਗੁਰੂ ਨੇ ਸਾਨੂੰ ਸ਼ਾਹ ਬਣਾ ਦੇਣਾ, ਸ਼ਾਹੂਕਾਰ ਬਣਾ ਦੇਣਾ। ਕੋਈ ਵੀ ਔਖਾ ਸਮਾਂ ਆਵੇ ਗੁਰੂ ਚਰਨਾਂ ਦਾ ਓਟ ਆਸਰਾ ਲਈਏ। ਆਓ ਸਮਾਪਤੀ ਦਾ ਸਮਾਂ ਹੋ ਚੁੱਕਾ ਹੈ। ਆਪਾਂ ਹੁਣ ਭੋਗ ਦੇ ਸ਼ਲੋਕ ਪਿਆਰ ਨਾਲ ਸਰਵਣ ਕਰਨੇ ਆ। ਕਥਾ ਵਿਚਾਰ ਦੌਰਾਨ ਹੋਈਆਂ ਬੇਅੰਤ ਭੁੱਲਾਂ ਦੀ ਆਪ ਸੰਗਤਾਂ ਨੇ ਖਿਮਾ ਬਖਸ਼ਿਸ਼ ਕਰਨੀ। ਗਰੀਬ ਨਵਾਜ਼ ਸੱਚੇ ਪਾਤਸ਼ਾਹ ਕਿਰਪਾ ਕਰਕੇ ਸ਼ੁੱਧਤਾ ਬਖਸ਼ਣ, ਆਪ ਜੀ ਦੇ ਚਰਨਾਂ ਦੀ ਸੇਵਾ ਲੈਂਦੇ ਰਹਿਣ।